ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੀਬੀ ਪੰਜਾਬੀ ਕਹਾਣੀਆਂ ਤੇ। ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਪੰਜਾਬੀ ਕਹਾਣੀ। ਜਦੋਂ ਮੇਰੀ ਭੈਣ ਦਾ ਵਿਆਹ ਹੋਇਆ ਤਾਂ ਮੈਂ ਕੁਝ ਦਿਨ ਆਪਣੀ ਭੈਣ ਕੋਲ ਰਹਿਣ ਚਲੀ ਗਈ, ਕਿਉਂਕਿ ਮੇਰਾ ਜੀਜਾ ਕੰਮ ਤੇ ਜਾਂਦਾ ਸੀ। ਮੇਰੀ ਭੈਣ ਘਰ ਵਿੱਚ ਇਕੱਲੀ ਰਹਿੰਦੀ ਸੀ ਅਤੇ ਉਸ ਨੂੰ ਇਹ ਪਸੰਦ ਨਹੀਂ ਸੀ। ਉਸਨੇ ਮੈਨੂੰ ਕੁਝ ਦਿਨ ਲਈ ਬੁਲਾਇਆ। ਮੈਂ ਆਪਣੀ ਭੈਣ ਦੇ ਘਰ ਜਾਣ ਤੋਂ ਕੁਝ ਦਿਨਾਂ ਬਾਅਦ ਹੀ ਗਰਭਵਤੀ ਹੋ ਗਈ ਅਤੇ DNA ਟੈਸਟ ਵਿੱਚ ਆਈ ਰਿਪੋਰਟ ਸੁਣ ਕੇ ਮੈਂ ਹੈਰਾਨ ਰਹਿ ਗਈ, ਕਿਉਂਕਿ ਇਹ ਬੱਚਾ ਤਾਂ ਮੇਰੀ ਭੈਣ ਦਾ ਵਿਆਹ ਸੀ ਅਤੇ ਮੈਂ ਬਹੁਤ ਖੁਸ਼ ਸੀ। ਪਰ ਮੇਰੀ ਭੈਣ ਆਪਣੇ ਵਿਆਹ ਤੋਂ ਬਹੁਤ ਦੁਖੀ ਸੀ। ਹਰ ਕੁੜੀ ਆਪਣੇ ਪਰਿਵਾਰ ਵਾਲਿਆਂ ਤੋਂ ਦੂਰ ਹੋਣ ਬਾਰੇ ਸੋਚ ਕੇ ਥੋੜਾ ਦੁਖੀ ਹੁੰਦੀ ਹੈ। ਸਾਡੇ ਘਰ 2 ਭੈਣਾਂ ਅਤੇ 1 ਭਰਾ ਸੀ। ਸਾਡੇ ਦੋਵਾਂ ਭੈਣਾਂ ਦੀ ਉਮਰ ਵਿੱਚ ਲਗਭਗ 2 ਸਾਲਾਂ ਦਾ ਅੰਤਰ ਸੀ। ਮੇਰੀ ਵੱਡੀ ਭੈਣ ਅੰਜਨਾ ਮੇਰੇ ਤੋਂ 2 ਸਾਲ ਵੱਡੀ ਸੀ ਅਤੇ ਮੈਂ ਉਸ ਤੋਂ 2 ਸਾਲ ਛੋਟੀ ਹਾਂ। ਇਸੇ ਕਰਕੇ ਸਾਡੇ ਵਿਚਕਾਰ ਬਹੁਤ ਦੋਸਤੀ ਸੀ। ਮੈਂ ਆਪਣੀ ਵੱਡੀ ਭੈਣ ਦੇ ਵਿਛੋੜੇ ਬਾਰੇ ਸੋਚ ਕੇ ਉਦਾਸ ਹੋ ਜਾਂਦੀ ਸੀ। ਜੇ ਉਹ ਚਲੀ ਗਈ ਤਾਂ ਮੈਂ ਇਕੱਲੀ ਕਿਵੇਂ ਰਹਾਂਗੀ। ਜਦੋਂ ਮੇਰੇ ਜੀਜਾ ਜੀ ਨੇ ਮੇਰੀ ਭੈਣ ਅੰਜਨਾ ਨੂੰ ਇਸ ਤਰ੍ਹਾਂ ਰੋਂਦੇ ਦੇਖਿਆ, ਇਸ ਲਈ ਜੀਜਾ ਜੀ ਨੇ ਰੀਨਾ ਨੂੰ ਆਪਣੇ ਨਾਲ ਭੇਜਣ ਲਈ ਕਿਹਾ। ਜੇਕਰ ਰੀਨਾ ਉਸ ਦੇ ਨਾਲ ਰਹੇ ਤਾਂ ਅੰਜਨਾ ਦਾ ਦਿਲ ਵੀ ਲੱਗ ਜਾਵੇਗਾ, ਨਹੀਂ ਤਾਂ ਉਹ ਹਰ ਵੇਲੇ ਉਦਾਸ ਰਹੇਗੀ। ਮਾਂ ਨੇ ਮੈਨੂੰ ਜਾਣ ਦੀ ਇਜਾਜ਼ਤ ਤਾਂ ਦੇ ਦਿੱਤੀ, ਪਰ ਇੱਕ ਗੱਲ ਕਹੀ ਕਿ ਆਪਣੀ ਭੈਣ ਦੇ ਘਰ ਜ਼ਿਆਦਾ ਦੇਰ ਨਹੀਂ ਰਹਿਣਾ। ਇੱਥੇ 1 ਦਿਨ ਰੁਕਣ ਤੋਂ ਬਾਅਦ ਵਾਪਸ ਆ ਜਾਣਾ। ਮੈਂ ਸਹਿਮਤੀ ਵਿੱਚ ਸਿਰ ਹਿਲਾਇਆ ਅਤੇ ਆਪਣੀ ਪੈਕਿੰਗ ਕੀਤੀ। ਮੈਂ ਆਪਣੀ ਭੈਣ ਨਾਲ ਉਸ ਦੇ ਸਹੁਰੇ ਘਰ ਆ ਗਈ। ਘਰ ਵਿੱਚ ਮੇਰੇ ਜੀਜਾ ਜੀ ਇਕੱਲੇ ਸਨ, ਕਿਉਂਕਿ ਮੇਰਾ ਜੀਜਾ ਜੀ ਆਪਣੇ ਮਾਤਾ-ਪਿਤਾ ਦੇ ਇਕੱਲੇ ਪੁੱਤਰ ਸੀ ਅਤੇ ਉਸ ਦੇ ਮਾਤਾ-ਪਿਤਾ ਕਾਫੀ ਸਮਾਂ ਪਹਿਲਾਂ ਗੁਜ਼ਰ ਚੁੱਕੇ ਸਨ। ਰਾਤ ਨੂੰ ਮੈਂ ਦੂਜੇ ਕਮਰੇ ਵਿੱਚ ਸੋ ਗਈ। ਮੈਂ ਅਜੇ ਮੰਜੇ ਤੇ ਪਈ ਹੀ ਸੀ ਕਿ ਕਿਸੇ ਨੇ ਮੇਰਾ ਦਰਵਾਜ਼ਾ ਖੜਕਾਇਆ। ਮੈਂ ਥੋੜਾ ਡਰ ਗਈ ਅਤੇ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਭੈਣ ਅਤੇ ਜੀਜਾ ਆਪਣੇ ਕਮਰੇ ਵਿੱਚ ਹੋਣਗੇ, ਇਸ ਲਈ ਇਸ ਸਮੇਂ ਕੌਣ ਮੇਰਾ ਦਰਵਾਜ਼ਾ ਖੜਕਾ ਸਕਦਾ ਹੈ। ਜਦੋਂ ਦਰਵਾਜ਼ਾ ਕਾਫੀ ਦੇਰ ਤੱਕ ਵੱਜਦਾ ਰਿਹਾ ਅਤੇ ਮੈਂ ਨਾ ਖੋਲ੍ਹਿਆ ਤਾਂ ਮੇਰੇ ਜੀਜਾ ਜੀ ਦੀ ਆਵਾਜ਼ ਆਈ ਅਤੇ ਉਸ ਨੇ ਕਿਹਾ, ਰੀਨਾ, ਦਰਵਾਜ਼ਾ ਖੋਲ੍ਹੋ। ਮੇਰਾ ਦਿਲ ਤੇਜ਼ ਧੜਕ ਰਿਹਾ ਸੀ। ਮੈਂ ਬਿਸਤਰੇ ਤੋਂ ਉੱਠੀ ਅਤੇ ਦਰਵਾਜ਼ਾ ਖੋਲ੍ਹਿਆ। ਉਸ ਨੇ ਕਿਹਾ, ਤੁਹਾਡੀ ਭੈਣ ਬਹੁਤ ਰੋ ਰਹੀ ਹੈ ਅਤੇ ਉਹ ਤੁਹਾਨੂੰ ਬੁਲਾ ਰਹੀ ਹੈ। ਤੁਸੀਂ ਆਗਿਆ ਕਰੋ ਕਿ ਤੁਸੀਂ ਆਪਣੀ ਭੈਣ ਨਾਲ ਸੋ ਜਾਓ ਅਤੇ ਮੈਂ ਇਸ ਕਮਰੇ ਵਿੱਚ ਸੋ ਜਾਵਾਂਗਾ। ਜੀਜਾ ਜੀ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਹੈਰਾਨ ਹੋਈ, ਪਰ ਨਾ ਚਾਹੁੰਦੇ ਹੋਏ ਵੀ ਮੈਂ ਆਪਣੀ ਭੈਣ ਦੇ ਕਮਰੇ ਵਿੱਚ ਚਲੀ ਗਈ। ਮੇਰੀ ਭੈਣ ਆਪਣੇ ਹੰਝੂ ਪੂੰਝ ਰਹੀ ਸੀ ਅਤੇ ਮੇਰੇ ਵੱਲ ਵੇਖ ਕੇ ਇੱਕ ਲੰਮਾ ਸਾਹ ਲਿਆ। ਮੈਂ ਕਿਹਾ, ਕੀ ਹੋਇਆ ਭੈਣ ਜੀ, ਰੋ ਕਿਉਂ ਰਹੀ ਹੋ? ਉਹ ਬੋਲੀ, ਰੀਨਾ, ਅੱਜ ਰਾਤ ਤੂੰ ਮੇਰੇ ਨਾਲ ਸੋ ਜਾਓ, ਇੱਥੇ ਮੇਰਾ ਦਮ ਘੁੱਟ ਰਿਹਾ ਹੈ। ਮੈਂ ਉਸ ਨੂੰ ਸਮਝਾ ਕੇ ਕਿਹਾ, ਭੈਣ ਜੀ, ਅੱਜ ਰਾਤ ਤੁਹਾਡੇ ਕਮਰੇ ਵਿੱਚ ਸੌਣਾ ਠੀਕ ਨਹੀਂ ਹੈ। ਮੈਂ ਉਸ ਨੂੰ ਸਮਝਾ ਕੇ ਕਿਹਾ, ਭੈਣ ਜੀ, ਜੀਜਾ ਜੀ ਕੀ ਸੋਚੇਗਾ? ਮੇਰੀ ਗੱਲ ਸੁਣ ਕੇ ਦੀਦੀ ਨੇ ਕਿਹਾ ਕਿ ਮੇਰੇ ਸਿਰ ਵਿੱਚ ਬਹੁਤ ਦਰਦ ਹੈ। ਮੈਂ ਉਹਨਾਂ ਤੋਂ ਇਜਾਜ਼ਤ ਲੈ ਲਈ ਹੈ। ਮੈਂ ਆਪਣੀ ਭੈਣ ਦੇ ਕਹਿਣ ਤੇ ਉਸਦੇ ਕਮਰੇ ਵਿੱਚ ਉਸਦੇ ਕੋਲ ਲੇਟ ਗਈ, ਪਰ ਮੈਨੂੰ ਠੀਕ ਨਹੀਂ ਲੱਗ ਰਿਹਾ ਸੀ, ਕਿਉਂਕਿ ਅੱਜ ਮੇਰੀ ਭੈਣ ਅਤੇ ਜੀਜਾ ਦੀ ਪਹਿਲੀ ਰਾਤ ਸੀ ਅਤੇ ਉਸ ਦੇ ਕਮਰੇ ਵਿੱਚ ਸੌਣਾ ਮੇਰੇ ਲਈ ਠੀਕ ਨਹੀਂ ਸੀ। ਪਰ ਮੈਂ ਭੈਣ ਦੀ ਜਿੱਦ ਅੱਗੇ ਹਾਰ ਮੰਨ ਲਈ ਸੀ। ਦੀਦੀ ਆਪਣੇ ਕੱਪੜੇ ਬਦਲ ਕੇ ਮੇਰੇ ਕੋਲ ਹੀ ਸੋ ਗਈ, ਪਰ ਮੇਰੀ ਨੀਂਦ ਉੱਡ ਗਈ ਸੀ। ਬਿਸਤਰੇ ਤੇ ਗੁਲਾਬ ਦੀਆਂ ਪੱਤੀਆਂ ਖਿਲਰੀਆਂ ਪਈਆਂ ਸਨ। ਕਮਰੇ ਨੂੰ ਹਨੀਮੂਨ ਬੈੱਡ ਵਾਂਗ ਸਜਾਇਆ ਗਿਆ ਸੀ। ਬਹੁਤ ਸੋਚਣ ਤੋਂ ਬਾਅਦ ਕਿਸੇ ਤਰ੍ਹਾਂ ਮੈਂ ਸੋ ਗਈ। ਜਦੋਂ ਮੈਂ ਜਾਗੀ, ਮੈਂ ਦੇਖਿਆ ਕਿ ਮੇਰੀ ਭੈਣ ਅਜੇ ਵੀ ਸੁੱਤੀ ਹੋਈ ਸੀ। ਮੈਂ ਉੱਠ ਕੇ ਕਮਰੇ ਤੋਂ ਬਾਹਰ ਚਲੀ ਗਈ। ਮੈਨੂੰ ਰਸੋਈ ਵਿੱਚੋਂ ਕੁਝ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਹੁਣ ਜੀਜਾ ਨਾਸ਼ਤਾ ਬਣਾ ਰਿਹਾ ਸੀ ਅਤੇ ਇੱਕ ਔਰਤ, ਜੋ ਸ਼ਾਇਦ ਇੱਥੇ ਨੌਕਰਾਨੀ ਸੀ, ਬਰਤਨ ਧੋ ਰਹੀ ਸੀ। ਮੈਨੂੰ ਦੇਖਦੇ ਹੀ ਉਹ ਕਹਿਣ ਲੱਗੀ ਕਿ ਤੁਹਾਡੀ ਘਰਵਾਲੀ ਬਹੁਤ ਸੋਹਣੀ ਹੈ। ਉਹ ਸਮਝੀ ਕਿ ਸ਼ਾਇਦ ਮੈਂ ਇਸ ਘਰ ਦੀ ਵਹੁਟੀ ਹਾਂ। ਜਦੋਂ ਜੀਜਾ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਉਹ ਹੱਸਣ ਲੱਗ ਪਿਆ ਅਤੇ ਨੌਕਰਾਣੀ ਨੂੰ ਕਹਿਣ ਲੱਗਾ ਕਿ ਇਹ ਮੇਰੀ ਪਤਨੀ ਨਹੀਂ, ਮੇਰੀ ਸਾਲੀ ਹੈ। ਫਿਰ ਉਸਨੇ ਮੈਨੂੰ ਪੁੱਛਿਆ ਕਿ ਤੁਸੀਂ ਨਾਸ਼ਤੇ ਵਿੱਚ ਕੀ ਲਓਗੇ? ਮੈਂ ਕਿਹਾ, ਜੀਜਾ ਜੀ, ਤੁਸੀਂ ਛੱਡ ਦਿਓ, ਮੈਂ ਨਾਸ਼ਤਾ ਬਣਾ ਲਵਾਂਗੀ। ਉਸ ਨੇ ਕਿਹਾ, ਨਹੀਂ ਨਹੀਂ, ਮੈਂ ਬਣਾਵਾਂਗਾ। ਮੈਨੂੰ ਇਹ ਸਭ ਕਰਨ ਦੀ ਆਦਤ ਹੈ। ਕਿਰਪਾ ਕਰਕੇ ਆਪਣੀ ਭੈਣ ਨੂੰ ਜਗਾਓ। ਮੀਨਾ ਉਸ ਨੂੰ ਦੇਖਣਾ ਚਾਹੁੰਦੀ ਹੈ। ਲੰਬੇ ਸਮੇਂ ਤੋਂ ਉਹ ਮੈਨੂੰ ਕਹਿ ਰਹੀ ਹੈ ਕਿ ਸਰ, ਤੁਹਾਡੀ ਪਤਨੀ ਕਿੱਥੇ ਹੈ? ਮੈਂ ਉਸ ਨੂੰ ਮਿਲਣਾ ਚਾਹੁੰਦੀ ਹਾਂ। ਜਦੋਂ
ਜਦੋਂ ਮੈਂ ਕਮਰੇ ਵਿੱਚ ਦੇਖਿਆ ਤਾਂ ਉਹ ਅਜੇ ਸੁੱਤੀ ਹੋਈ ਸੀ। ਮੈਂ ਭੈਣ ਨੂੰ ਜਗਾਇਆ ਤਾਂ ਉਸਨੇ ਗੁੱਸੇ ਵਿੱਚ ਕਿਹਾ, ਤੁਸੀਂ ਮੈਨੂੰ ਕਿਉਂ ਪਰੇਸ਼ਾਨ ਕਰ ਰਹੀ ਹੋ? ਇਸ ਲਈ ਮੈਂ ਭੈਣ ਨੂੰ ਕਿਹਾ ਕਿ ਉੱਠ ਕੇ ਨਾਸ਼ਤਾ ਕਰੋ ਤਾਂ ਉਹ ਉੱਠ ਕੇ ਬੈਠ ਗਈ ਅਤੇ ਮੇਰੇ ਵੱਲ ਗੁੱਸੇ ਨਾਲ ਦੇਖਣ ਲੱਗੀ ਅਤੇ ਉਸਨੇ ਕਿਹਾ, ਤੁਸੀਂ ਜਾਓ, ਮੈਂ ਤਿਆਰ ਹੋ ਕੇ ਆਵਾਂਗੀ। ਮੈਂ ਅਤੇ ਜੀਜਾ ਜੀ ਨਾਸ਼ਤੇ ਦੇ ਟੇਬਲ ਤੇ ਬੈਠੇ ਭੈਣ ਦਾ ਇੰਤਜ਼ਾਰ ਕਰ ਰਹੀ ਸੀ। ਭੈਣ ਆ ਗਈ, ਅਸੀਂ ਨਾਸ਼ਤਾ ਕਰਨ ਲੱਗ ਪਏ। ਉਹ ਚੁੱਪ ਬੈਠੀ ਸੀ, ਨਾ ਹੱਸ ਰਹੀ ਸੀ ਅਤੇ ਨਾ ਹੀ ਕੁਝ ਬੋਲ ਰਹੀ ਸੀ। ਪੁੱਛਣ ਤੇ ਉਸਨੇ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ। ਜਦੋਂ ਰਾਤ ਹੋਈ ਤਾਂ ਮੈਂ ਰਸੋਈ ਵਿੱਚ ਖਾਣਾ ਬਣਾਉਣ ਲੱਗੀ। ਰਾਤ ਦਾ ਖਾਣਾ ਖਾਣ ਤੋਂ ਬਾਅਦ ਉਸਨੇ ਫਿਰ ਸਿਰ ਦਰਦ ਦੀ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ ਕਿ ਮੇਰਾ ਸਿਰ ਬਹੁਤ ਤੇਜ਼ ਦਰਦ ਕਰ ਰਿਹਾ ਹੈ। ਜੀਜਾ ਪਰੇਸ਼ਾਨ ਹੋ ਗਿਆ ਅਤੇ ਕਹਿਣ ਲੱਗਾ, ਅੰਜਨਾ, ਮੈਂ ਤੈਨੂੰ ਡਾਕਟਰ ਕੋਲ ਲੈ ਜਾਵਾਂਗਾ। ਦੀਦੀ ਨੇ ਕਿਹਾ, ਨਹੀਂ, ਮੈਂ ਸਿਰ ਦਰਦ ਦੀਆਂ ਗੋਲੀਆਂ ਖਾ ਕੇ ਸੌਂ ਜਾਵਾਂਗੀ, ਫਿਰ ਠੀਕ ਹੋ ਜਾਵੇਗਾ। ਕਮਰੇ ਵਿੱਚ ਜਾਂਦੇ ਹੋਏ ਉਸਨੇ ਮੈਨੂੰ ਕਿਹਾ, ਰੀਨਾ, ਖਾਣਾ ਖਤਮ ਕਰਕੇ ਮੇਰੇ ਕਮਰੇ ਵਿੱਚ ਆ ਕੇ ਮੇਰਾ ਸਿਰ ਦੱਬ ਦੇ, ਸ਼ਾਇਦ ਮੈਨੂੰ ਥੋੜਾ ਆਰਾਮ ਮਿਲ ਜਾਵੇਗਾ। ਮੈਂ ਹਾਂ ਵਿੱਚ ਸਿਰ ਹਿਲਾ ਕੇ ਖਾਣਾ ਖਤਮ ਕਰਨ ਤੋਂ ਬਾਅਦ ਮੈਂ ਜਲਦੀ ਨਾਲ ਭਾਂਡੇ ਰਸੋਈ ਵਿੱਚ ਰੱਖ ਦਿੱਤੇ ਅਤੇ ਭੈਣ ਦੇ ਕਮਰੇ ਵਿੱਚ ਜਾ ਕੇ ਉਸ ਦਾ ਸਿਰ ਦਬਾਉਣ ਲੱਗ ਪਈ। ਭੈਣ ਨੇ ਕਿਹਾ, ਅੱਜ ਰਾਤ ਵੀ ਤੁਸੀਂ ਮੇਰੇ ਕਮਰੇ ਵਿੱਚ ਸੋ ਜਾਣਾ। ਭੈਣ ਦੀ ਗੱਲ ਮੈਨੂੰ ਬਹੁਤ ਅਜੀਬ ਲੱਗੀ ਅਤੇ ਮੈਂ ਅੱਜ ਉਸ ਦੇ ਨਾਲ ਸੌਣ ਦਾ ਇਨਕਾਰ ਕਰ ਦਿੱਤਾ। ਮੈਂ ਉਸ ਨੂੰ ਸਮਝਾਇਆ ਅਤੇ ਕਿਹਾ, ਭੈਣ, ਇਹ ਸਭ ਠੀਕ ਨਹੀਂ ਹੈ। ਕੱਲ ਵੀ ਤੁਸੀਂ ਮੈਨੂੰ ਆਪਣੇ ਕਮਰੇ ਵਿੱਚ ਸੌਣ ਲਈ ਕਿਹਾ ਸੀ। ਜੀਜਾ ਜੀ ਕੀ ਸੋਚਣਗੇ? ਕੱਲ ਨੂੰ ਮੈਂ ਆਪਣੇ ਘਰ ਚਲੀ ਜਾਵਾਂਗੀ। ਦੀਦੀ ਮੇਰੇ ਜਾਣ ਦੀ ਖਬਰ ਸੁਣ ਕੇ ਰੋ ਪਈ ਅਤੇ ਉਸਨੇ ਰੋਂਦੇ ਹੋਏ ਕਿਹਾ, ਮੈਨੂੰ ਇਕੱਲੀ ਛੱਡ ਕੇ ਇਸ ਆਦਮੀ ਕੋਲ ਨਾ ਜਾਣਾ। ਇਹ ਆਦਮੀ ਉਹ ਨਹੀਂ ਹੈ ਜੋ ਉਹ ਦਿਖਦਾ ਹੈ। ਤੁਸੀਂ ਨਹੀਂ ਜਾਣਦੇ। ਮੈਂ ਤੁਹਾਨੂੰ ਨਹੀਂ ਦੱਸ ਸਕਦੀ ਕਿ ਉਸਨੇ ਮੈਨੂੰ ਕੀ ਧਮਕੀ ਦਿੱਤੀ ਹੈ। ਇਸ ਲਈ ਮੈਨੂੰ ਛੱਡ ਕੇ ਨਾ ਜਾਓ। ਦੀਦੀ ਦੀ ਗੱਲ ਸੁਣ ਕੇ ਮੈਂ ਡਰ ਗਈ ਤੇ ਸੋਚਣ ਲੱਗੀ, ਭੈਣ ਅਤੇ ਜੀਜਾ ਜੀ ਵਿਚਕਾਰ ਕੀ ਹੋਇਆ। ਭੈਣ ਜੀਜਾ ਜੀ ਤੋਂ ਬਹੁਤ ਡਰੀ ਹੋਈ ਸੀ, ਇਸੇ ਲਈ ਨਾ ਚਾਹੁੰਦੇ ਹੋਏ ਵੀ ਮੈਂ ਅੱਜ ਰਾਤ ਫਿਰ ਭੈਣ ਕੋਲ ਸੌ ਗਈ। ਅਗਲੇ ਦਿਨ ਮੇਰਾ ਭਰਾ ਮੈਨੂੰ ਲੈਣ ਆਇਆ, ਪਰ ਮੈਂ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਭੈਣ ਕੋਲ ਹੀ ਰਹਾਂਗੀ। ਕੁਝ ਦਿਨ ਇੱਥੇ ਰਹਿ ਕੇ ਮੈਂ ਇਹ ਜਾਣਨਾ ਚਾਹੁੰਦੀ ਸੀ ਕਿ ਭੈਣ ਅਤੇ ਜੀਜਾ ਜੀ ਵਿਚਕਾਰ ਕੀ ਹੋਇਆ ਸੀ। ਭੈਣ ਜੀਜੇ ਤੋਂ ਇੰਨੀ ਡਰਦੀ ਕਿਉਂ ਸੀ? ਭੈਣ ਨੇ ਵੀ ਆਪਣੇ ਭਰਾ ਨੂੰ ਸਮਝਾਇਆ ਕਿ ਮੈਨੂੰ ਲੋੜ ਹੈ, ਇਸ ਨੂੰ ਇੱਥੇ ਛੱਡ ਦਿਓ ਅਤੇ ਉਹ ਵਾਪਸ ਚਲਾ ਗਿਆ। ਹੁਣ ਮੈਂ ਜੀਜਾ ਦੀਆਂ ਹਰਕਤਾਂ ਨੋਟ ਕਰਨ ਲੱਗੀ। ਇੱਕ ਦਿਨ ਰਾਤ ਦੇ ਖਾਣੇ ਦੀ ਮੇਜ਼ ਤੇ ਬੈਠਾ ਜੀਜਾ ਭੈਣ ਵੱਲ ਦੇਖ ਰਿਹਾ ਸੀ। ਭੈਣ ਜੀਜੇ ਦੇ ਇਸ ਰਵੱਈਏ ਤੋਂ ਘਬਰਾ ਗਈ। ਪਤਾ ਨਹੀਂ ਕਿਉਂ ਉਹ ਇਸ ਤਰ੍ਹਾਂ ਮੇਰੇ ਨਾਲ ਗੱਲਾਂ ਕਰਦਾ ਸੀ। ਮੈਨੂੰ ਆਪਣੀ ਛੋਟੀ ਭੈਣ ਸਮਝਦਾ ਸੀ, ਪਰ ਉਸ ਤੋਂ ਬਾਅਦ ਜੋ ਕੁਝ ਮੇਰੇ ਨਾਲ ਹੋਇਆ, ਮੈਂ ਇਹਨਾਂ ਸਭ ਗੱਲਾਂ ਤੋਂ ਅਣਜਾਣ ਸੀ। ਇੱਕ ਦਿਨ ਖਾਣਾ ਖਾਂਦੇ ਸਮੇਂ ਜੀਜਾ ਜੀ ਨੇ ਭੈਣ ਨੂੰ ਕਿਹਾ, ਤੁਸੀਂ ਮੇਰੇ ਨਾਲ ਚਲੋ, ਇਕੱਠੇ ਆਈਸਕ੍ਰੀਮ ਖਾਂਦੇ ਹਾਂ। ਦੀਦੀ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਮੈਂ ਆਈਸਕ੍ਰੀਮ ਨਹੀਂ ਖਾਂਦੀ, ਪਰ ਰੀਨਾ ਨੂੰ ਇਹ ਬਹੁਤ ਪਸੰਦ ਹੈ, ਇਸ ਲਈ ਨਾਲ ਲੈ ਜਾਓ। ਮੈਨੂੰ ਆਈਸਕ੍ਰੀਮ ਬਹੁਤ ਪਸੰਦ ਸੀ, ਪਰ ਜੀਜਾ ਭੈਣ ਵੱਲ ਦੇਖ ਲੱਗ ਪਿਆ ਅਤੇ ਬਾਅਦ ਵਿੱਚ ਮੈਨੂੰ ਆਪਣੇ ਨਾਲ ਲੈ ਗਿਆ। ਰਸਤੇ ਵਿੱਚ ਉਹ ਮੇਰੇ ਨਾਲ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਕਿ ਤੇਰੀ ਭੈਣ ਬਹੁਤ ਅਜੀਬ ਹੈ, ਪਰ ਤੂੰ ਚੰਗੀ ਹੈ। ਜੀਜਾ ਦੀ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ। ਮੈਂ ਕਿਹਾ, ਨਹੀਂ, ਇਹ ਅਜੀਬ ਗੱਲ ਨਹੀਂ ਹੈ, ਬਹੁਤ ਵਧੀਆ ਹੈ। ਉਹ ਮੁਸਕਰਾ ਕੇ ਇਹ ਸਭ ਕਹਿ ਰਿਹਾ ਸੀ। ਮੈਂ ਸੋਚਿਆ ਕਿ ਉਹ ਮਜ਼ਾਕ ਵਿੱਚ ਇਹ ਸਭ ਕਹਿ ਰਿਹਾ ਸੀ, ਪਰ ਇੱਕ ਰਾਤ ਜਦੋਂ ਮੇਰੀ ਅੱਖ ਖੁੱਲੀ ਤਾਂ ਭੈਣ ਦੇ ਕਮਰੇ ਵਿੱਚੋਂ ਲੜਾਈ ਦੀ ਆਵਾਜ਼ ਆਈ। ਪਤਾ ਨਹੀਂ ਕੀ ਝਗੜਾ ਹੋ ਰਿਹਾ ਸੀ। ਮੈਂ ਝੱਟ ਉੱਠ ਕੇ ਮੰਜੇ ਤੇ ਬੈਠ ਗਈ। ਪਹਿਲਾਂ ਤਾਂ ਮੈਂ ਸੋਚਿਆ ਕਿ ਪਤੀ ਪਤਨੀ ਵਿਚਕਾਰ ਨਹੀਂ ਜਾਣਾ ਚਾਹੀਦਾ, ਜਦੋਂ ਗੱਲ ਹੱਦ ਤੋਂ ਪਾਰ ਹੋ ਗਈ, ਇਸ ਲਈ ਮੈਨੂੰ ਨਾ ਚਾਹੁੰਦੇ ਹੋਏ ਵੀ ਕੋਲ ਜਾਣਾ ਪਿਆ। ਜਦੋਂ ਮੈਂ ਉਸਦੇ ਕਮਰੇ ਵੱਲ ਗਈ ਤਾਂ ਭੈਣ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਹੁਣ ਜੀਜਾ ਜੀ ਦਾ ਅਸਲੀ ਰੂਪ ਦੇਖ ਸਕਦੀ ਸੀ। ਉਹ ਭੈਣ ਨੂੰ ਚੀਕ ਕੇ ਕਹਿ ਰਿਹਾ ਸੀ, ਤੂੰ ਇਹ ਰੋਣਾ ਧੋਣਾ ਬੰਦ ਕਰ। ਮੈਂ ਕਾਫੀ ਸਮੇਂ ਤੋਂ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਤੂੰ ਸਮਝਣ ਦਾ ਨਾਂ ਹੀ ਨਹੀਂ ਲੈ ਰਹੀ। ਦੀਦੀ ਕਹਿ ਰਹੀ ਸੀ ਕਿ ਮੈਂ ਹੁਣ ਰੀਨਾ ਨੂੰ ਨਹੀਂ ਭੇਜ ਸਕਦੀ। ਮੈਨੂੰ ਹੁਣ ਉਸ ਦੀ ਲੋੜ ਹੈ। ਹੁਣ ਨਾ ਉਠਾਉਣਾ, ਮੈਨੂੰ ਸੌਣ ਦਿਓ। ਮੇਰਾ ਸਿਰ ਬਹੁਤ ਦੁਖ ਰਿਹਾ ਹੈ। ਅੱਜ ਮੈਨੂੰ ਜੀਜਾ ਦਾ ਅਸਲੀ ਰੂਪ ਦੇਖਣ ਨੂੰ ਮਿਲਿਆ। ਮੈਂ ਆਪਣੀ ਭੈਣ ਨੂੰ ਛੱਡ ਨਹੀਂ ਸਕਦੀ ਸੀ। ਪਤਾ ਨਹੀਂ ਮੇਰੀ ਭੈਣ ਨੂੰ ਕੀ ਚਾਹੀਦਾ ਹੈ, ਪਰ ਜੀਜਾ ਜੀ ਦਾ ਮੇਰੇ ਪ੍ਰਤੀ ਰਵੱਈਆ ਪਹਿਲਾਂ ਵਰਗਾ ਸੀ। ਹੁਣ ਉਹ ਪਹਿਲਾਂ ਨਾਲੋਂ ਵੀ ਮੇਰਾ ਵੱਧ ਖਿਆਲ ਰੱਖਣ ਲੱਗ ਪਏ ਅਤੇ ਮੈਂ ਇੰਨੀ ਗੂੜੀ ਨੀਂਦ ਵਿੱਚ ਸੌਂਦੀ ਸੀ ਕਿ ਮੇਰੀਆਂ ਅੱਖਾਂ ਸਵੇਰ ਤੱਕ ਨਹੀਂ ਖੁੱਲ੍ਹਦੀਆਂ ਸਨ।
ਪਰ ਇੱਕ ਦਿਨ ਮੇਰੇ ਪੇਟ ਵਿੱਚ ਤੇਜ਼ ਦਰਦ ਹੋਣ ਲੱਗਾ ਤਾਂ ਦੀਦੀ ਮੈਨੂੰ ਨਜ਼ਦੀਕੀ ਡਾਕਟਰ ਕੋਲ ਲੈ ਗਈ। ਜੋ ਲੇਡੀ ਡਾਕਟਰ ਨੇ ਦੱਸਿਆ ਮੈਂ ਸੁਣ ਕੇ ਹੈਰਾਨ ਰਹਿ ਗਈ। ਮੈਨੂੰ ਡਾਕਟਰ ਨੇ ਦੱਸਿਆ ਕਿ ਮੈਂ ਗਰਭਵਤੀ ਹਾਂ। ਇਹ ਸੁਣ ਕੇ ਭੈਣ ਵੀ ਪਰੇਸ਼ਾਨ ਹੋ ਗਈ। ਮੈਂ ਰੋਣ ਲੱਗ ਪਈ। ਮੈਂ ਘਰ ਆ ਕੇ ਆਪਣੀ ਭੈਣ ਨੂੰ ਕਿਹਾ ਕਿ ਨਹੀਂ ਭੈਣ, ਅਜਿਹਾ ਕੁਝ ਨਹੀਂ ਹੈ, ਡਾਕਟਰ ਝੂਠ ਬੋਲ ਰਹੀ ਹੈ। ਭੈਣ ਨੇ ਕਿਹਾ ਕੋਈ ਡਾਕਟਰ ਇੰਨਾ ਝੂਠ ਨਹੀਂ ਬੋਲ ਸਕਦੀ, ਉਹ ਸੱਚ ਬੋਲ ਰਹੀ ਹੈ। ਮੈਂ ਤੁਹਾਨੂੰ ਕਿਹਾ ਸੀ ਕਿ ਇਨਸਾਨ ਬਿਲਕੁਲ ਵੀ ਚੰਗਾ ਨਹੀਂ ਹੈ। ਹੁਣ ਉਸ ਦਾ ਨਤੀਜਾ ਦੇਖੋ। ਉਹਨਾਂ ਨੇ ਤੁਹਾਡੇ ਨਾਲ ਜੋ ਕੀਤਾ ਉਸ ਨੂੰ ਤੁਹਾਨੂੰ ਬਰਬਾਦ ਕਰ ਦਿੱਤਾ ਅਤੇ ਤੁਸੀਂ ਕਿਸੇ ਨੂੰ ਆਪਣਾ ਮੂੰਹ ਦਿਖਾਉਣ ਦੇ ਯੋਗ ਨਹੀਂ ਰਹੇ। ਇਹ ਸਭ ਕਹਿ ਕੇ ਰੋਣ ਲੱਗ ਪਈ। ਮੈਂ ਵੀ ਉਸ ਨੂੰ ਜੱਫੀ ਪਾ ਕੇ ਰੋਣ ਲੱਗੀ। ਫਿਰ ਮੈਨੂੰ ਯਾਦ ਆਇਆ ਕਿ ਉਹ ਮੇਰੇ ਲਈ ਚਾਕਲੇਟ ਆਈਸਕ੍ਰੀਮ ਲਿਆਉਂਦੇ ਸਨ। ਚਾਕਲੇਟ ਵਿੱਚ ਕੁਝ ਮਿਲਾਇਆ ਜਾਂਦਾ ਸੀ, ਇਸ ਲਈ ਮੈਨੂੰ ਨੀਂਦ ਆਉਂਦੀ ਸੀ ਅਤੇ ਫਿਰ ਸੌਣ ਤੋਂ ਬਾਅਦ ਮੇਰਾ ਜੀਜਾ ਜੀ ਮੇਰੇ ਨਾਲ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਜੀਜਾ ਇੰਨਾ ਮਾੜਾ ਬੰਦਾ ਹੈ। ਮੈਂ ਉਸ ਨੂੰ ਨਫ਼ਰਤ ਕਰਨ ਲੱਗ ਪਈ। ਜਦੋਂ ਰਾਤ ਨੂੰ ਜੀਜਾ ਘਰ ਆਇਆ ਤਾਂ ਉਹ ਮੇਰੇ ਲਈ ਆਈਸਕ੍ਰੀਮ ਲੈ ਕੇ ਆਇਆ ਅਤੇ ਮੈਨੂੰ ਆਈਸਕ੍ਰੀਮ ਫੜਾਉਣ ਲੱਗੇ ਤਾਂ ਮੈਂ ਉਸ ਵੱਲ ਦੇਖਿਆ, ਨਫ਼ਰਤ ਕੀਤੀ ਅਤੇ ਆਈਸਕ੍ਰੀਮ ਸੁੱਟ ਦਿੱਤੀ। ਦੀਦੀ ਨੇ ਉਸ ਦਾ ਕਾਲਰ ਫੜ ਕੇ ਕਿਹਾ, ਤੂੰ ਮੇਰੀ ਭੈਣ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ, ਉਸ ਨੂੰ ਮੂੰਹ ਦਿਖਾਉਣ ਦੇ ਯੋਗ ਨਹੀਂ ਛੱਡਿਆ। ਤੂੰ ਹੋਸ਼ ਵਿੱਚ ਹੈ? ਤਾਂ ਭੈਣ ਨੇ ਉਹਨਾਂ ਨੂੰ ਕਿਹਾ। ਇਹ ਸੁਣ ਕੇ ਕਿ ਰੀਨਾ ਗਰਭਵਤੀ ਹੈ, ਜੀਜਾ ਜੀ ਦਾ ਚਿਹਰਾ ਫਿੱਕਾ ਪੈ ਗਿਆ। ਉਹ ਹੈਰਾਨੀ ਨਾਲ ਮੇਰੇ ਵੱਲ ਦੇਖਣ ਲੱਗਾ। ਮੈਨੂੰ ਮੇਰੇ ਜੀਜਾ ਜੀ ਤੇ ਗੁੱਸਾ ਆ ਰਿਹਾ ਸੀ। ਹੁਣ ਮੈਂ ਸਮਝ ਗਈ ਕਿ ਭੈਣ ਸਹੀ ਹੀ ਕਹਿ ਰਹੀ ਸੀ ਕਿ ਇਹ ਆਦਮੀ ਚੰਗਾ ਨਹੀਂ ਹੈ। ਮੈਂ ਮੂਰਖ ਸੀ ਜਿਸ ਨੇ ਉਸ ਨੂੰ ਆਪਣਾ ਸਮਝ ਲਿਆ ਸੀ। ਮੈਂ ਹੱਸ-ਹੱਸ ਕੇ ਗੱਲਾਂ ਕਰਦੀ ਰਹੀ ਅਤੇ ਉਹਨਾਂ ਨੇ ਮੇਰਾ ਭਰੋਸਾ ਜਿੱਤ ਲਿਆ ਅਤੇ ਫਿਰ ਚਾਕਲੇਟ ਆਈਸਕ੍ਰੀਮ ਵਿੱਚ ਨਸ਼ੀਲੇ ਪਦਾਰਥ ਮਿਲਾ ਕੇ ਮੇਰੇ ਨਾਲ ਇਹ ਘਿਨੌਣੀ ਹਰਕਤ ਕਰਦੇ ਹੋਏ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਸੀ। ਦੀਦੀ ਨੇ ਸਾਰੀ ਗੱਲ ਮਾਂ ਅਤੇ ਮੇਰੇ ਭਰਾ ਨੂੰ ਦੱਸੀ। ਇਹ ਸਾਰੀ ਬਹਿਸ ਹੁਣ ਹੋ ਰਹੀ ਸੀ। ਫਿਰ ਮੇਰਾ ਭਰਾ ਮੈਨੂੰ ਲੈਣ ਆਇਆ। ਭਰਾ ਨੇ ਆਉਂਦੇ ਹੀ ਜੀਜੇ ਨੂੰ 2-4 ਥੱਪੜ ਮਾਰੇ, ਪਰ ਜੀਜਾ ਫਿਰ ਵੀ ਆਪਣੇ ਜੁਰਮ ਤੋਂ ਇਨਕਾਰ ਕਰ ਰਿਹਾ ਸੀ। ਉਹ ਬਾਰ-ਬਾਰ ਕਹਿ ਰਿਹਾ ਸੀ ਕਿ ਮੈਂ ਕੁਝ ਨਹੀਂ ਕੀਤਾ। ਭਰਾ ਨੇ ਮੇਰਾ ਤੇ ਭੈਣ ਦਾ ਹੱਥ ਖਿੱਚ ਕੇ ਕਾਰ ਵਿੱਚ ਬਿਠਾ ਦਿੱਤਾ ਤੇ ਕਹਿਣ ਲੱਗੇ, ਤੁਸੀਂ ਅੰਜਨਾ ਤੇ ਪਤੀ ਬਣਨ ਦੇ ਯੋਗ ਨਹੀਂ ਹੋ, ਇਸ ਲਈ ਮੈਂ ਆਪਣੀਆਂ 2 ਭੈਣਾਂ ਨੂੰ ਲਿਜਾ ਰਿਹਾ ਹਾਂ। ਘਰ ਜਾਂਦੇ ਹੀ ਭੈਣ ਨੇ ਆਪਣੀ ਮਾਂ ਨੂੰ ਜੱਫੀ ਪਾ ਕੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਰੋਂਦੇ ਹੋਏ ਉਸ ਨੇ ਕਿਹਾ ਕਿ ਪ੍ਰਵੀਨ ਨੇ ਰੀਨਾ ਨੂੰ ਕਿਤੇ ਵੀ ਮੂੰਹ ਦਿਖਾਉਣ ਦੇ ਯੋਗ ਨਹੀਂ ਛੱਡਿਆ। ਮਾਂ ਵੀ ਜ਼ਮੀਨ ਤੇ ਡਿੱਗ ਕੇ ਰੋਣ ਲੱਗੀ ਤੇ ਮੇਰਾ ਭਰਾ ਵੀ ਸਿਰ ਫੜ ਕੇ ਰੋ ਰਿਹਾ ਸੀ। ਭੈਣ ਨੇ ਭਰਾ ਨੂੰ ਕਿਹਾ ਕਿ ਮੈਂ ਉਸ ਵਿਅਕਤੀ ਨਾਲ ਨਹੀਂ ਰਹਿਣਾ ਚਾਹੁੰਦੀ, ਮੈਂ ਪ੍ਰਵੀਨ ਤੋਂ ਤਲਾਕ ਲੈਣਾ ਚਾਹੁੰਦੀ ਹਾਂ। ਮਾਂ ਨੇ ਕਿਹਾ ਠੀਕ ਹੈ, ਤੇਰੀ ਮਰਜ਼ੀ। ਅਸੀਂ ਪ੍ਰਵੀਨ ਜੀਜਾ ਖਿਲਾਫ ਅਦਾਲਤ ਵਿੱਚ ਕੇਸ ਕਰ ਦਿੱਤਾ। ਇਹ ਸੋਚ ਕੇ ਮੇਰੀ ਮਾਂ ਬਿਮਾਰ ਹੋ ਗਈ ਕਿ ਇਸ ਬੰਦੇ ਨੇ ਮੇਰੀਆਂ ਦੋਹਾਂ ਧੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮੈਂ ਬਾਰ-ਬਾਰ ਆਪਣੀ ਭੈਣ ਬਾਰੇ ਸੋਚਦੀ ਸੀ ਕਿ ਉਹ ਕਿੰਨੇ ਚੰਗੇ ਹਨ। ਉਹਨਾਂ ਨੇ ਮੇਰੇ ਕਰਕੇ ਆਪਣਾ ਬਸਦਾ ਘਰ ਤੋੜ ਦਿੱਤਾ। ਜੇ ਉਹ ਮਤਲਬੀ ਹੁੰਦੀ ਤਾਂ ਉਹ ਆਪਣੇ ਪਤੀ ਨੂੰ ਗਲਤ ਕਹਿਣ ਦੀ ਥਾਂ ਮੇਰੇ ਤੇ ਦੋਸ਼ ਲਗਾਉਂਦੀ ਕਿ ਤੂੰ ਹੀ ਮੇਰੇ ਪਤੀ ਨੂੰ ਮੌਕਾ ਦਿੱਤਾ ਤਾਂ ਉਸਨੇ ਇਹ ਕੰਮ ਕੀਤਾ, ਪਰ ਉਸਨੇ ਮੇਰਾ ਸਾਥ ਦਿੱਤਾ। ਮੇਰੀ ਮਾਂ 15 ਦਿਨਾਂ ਤੋਂ ਬਿਮਾਰ ਪਈ ਸੀ। 15 ਦਿਨਾਂ ਬਾਅਦ ਜਦੋਂ ਉਹਨਾਂ ਦੀ ਸਿਹਤ ਠੀਕ ਹੋਈ ਤਾਂ ਮਾਂ ਨੇ ਕਿਹਾ ਕਿ ਕੱਲ ਉਹ ਮੈਨੂੰ ਆਪਣੇ ਨਾਲ ਹਸਪਤਾਲ ਲੈ ਜਾਵੇਗੀ ਅਤੇ ਮੇਰਾ ਗਰਭਪਾਤ ਕਰਵਾ ਦੇਵੇਗੀ। ਇਸ ਬਾਰੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ। ਇਹ ਗੱਲ ਇੱਥੇ ਹੀ ਖਤਮ ਹੋ ਜਾਵੇਗੀ। ਮੈਂ ਵੀ ਇਹ ਚਾਹੁੰਦੀ ਸੀ। ਆਖਿਰ ਮੈਂ ਆਪਣੀ ਜ਼ਿੰਦਗੀ ਕਿਉਂ ਬਰਬਾਦ ਕਰਾਂਗੀ। ਅਗਲੇ ਦਿਨ ਮਾਂ ਮੈਨੂੰ ਹਸਪਤਾਲ ਲੈ ਗਈ। ਇੱਕ ਮਹਿਲਾ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਅਤੇ ਮੇਰੇ ਕੁਝ ਟੈਸਟ ਵੀ ਕੀਤੇ ਗਏ, ਪਰ ਜਾਂਚ ਤੋਂ ਬਾਅਦ ਰਿਪੋਰਟ ਵਿੱਚ ਜੋ ਆਇਆ ਦੇਖ ਕੇ ਸਾਡੇ ਮਾਂ ਧੀ ਦੇ ਹੋਸ਼ ਉੱਡ ਗਏ। ਅਸੀਂ ਘਬਰਾਹਟ ਵਿੱਚ ਡਾਕਟਰ ਵੱਲ ਦੇਖਣ ਲੱਗੇ। ਕੁਝ ਸਮੇਂ ਬਾਅਦ ਘਰ ਪਰਤਿਆਂ। ਘਰ ਆ ਕੇ ਮੈਂ ਆਪਣੇ ਸਿਰ ਨੂੰ ਹੱਥਾਂ ਵਿੱਚ ਲੈ ਕੇ ਬੈਠ ਗਈ ਅਤੇ ਆਪਣੇ ਮਨ ਵਿੱਚ ਸੋਚਿਆ ਕਿ ਇਹ ਕੀ ਹੋ ਰਿਹਾ ਸੀ। ਇਹ ਮੇਰੇ ਨਾਲ ਕਿਵੇਂ ਹੋ ਸਕਦਾ ਹੈ। ਮੈਂ ਕਿਸ ਤੇ ਭਰੋਸਾ ਕਰਾਂ ਅਤੇ ਕਿਸ ਤੇ ਨਹੀਂ। ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ। ਮੇਰੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕੁਝ ਦਿਨ ਬਾਅਦ ਕਾਲਜ ਖੁੱਲਿਆ ਤੇ ਮੈਂ ਕਾਲਜ ਚਲੀ ਗਈ। ਦੀਦੀ ਦੇ ਕੇਸ ਦੀ ਆਖਰੀ ਤਰੀਕ ਚੱਲ ਰਹੀ ਸੀ। ਅਗਲੀ ਸੁਣਵਾਈ ਵਿੱਚ ਉਸ ਦਾ ਤਲਾਕ ਹੋਣਾ ਸੀ।
ਜਦੋਂ ਮੈਂ ਕਾਲਜ ਗਈ ਮੇਰਾ ਰੰਗ ਦੇਖ ਕੇ ਸਾਰੇ ਮੇਰੇ ਬਾਰੇ ਪੁੱਛਣ ਲੱਗੇ। ਮੈਂ ਉਹਨਾਂ ਨੂੰ ਦੱਸਿਆ ਕਿ ਮੈਨੂੰ ਬੁਖਾਰ ਖੰਘ ਹੋ ਗਈ ਸੀ। ਕਾਲਜ ਵਿੱਚ ਮੇਰੀ ਦੀਦੀ ਦੀ ਇੱਕ ਪੁਰਾਣੀ ਦੋਸਤ ਮੈਨੂੰ ਮਿਲ ਗਈ। ਉਸਨੇ ਦੀਦੀ ਬਾਰੇ ਪੁੱਛਦਿਆਂ ਕਿਹਾ, ਤੁਹਾਡੀ ਭੈਣ ਦਾ ਇੱਕ ਲੜਕੇ ਨਾਲ ਅਫੇਅਰ ਸੀ, ਕਿ ਉਹ ਇਸ ਕਾਰਨ ਆਪਣੇ ਪਤੀ ਤੋਂ ਤਲਾਕ ਲੈ ਰਹੀ ਹੈ। ਉਸ ਦੇ ਮੂੰਹ ਇਹ ਸ਼ਬਦ ਸੁਣ ਕੇ ਮੈਂ ਗੁੱਸੇ ਨਾਲ ਉਸ ਨੂੰ ਝਿੜਕਿਆ। ਜਦੋਂ ਮੈਂ ਘਰ ਪਹੁੰਚੀ ਤਾਂ ਮੈਂ ਦੇਖਿਆ ਦੀਦੀ ਬਹੁਤ ਖੁਸ਼ ਸੀ। ਉਹ ਕਹਿਣ ਲੱਗੀ, ਆਖਰੀ ਪੇਸ਼ੀ ਤੇ ਮੈਨੂੰ ਉਸ ਬੇਕਾਰ ਬੰਦੇ ਤੋਂ ਛੁਟਕਾਰਾ ਮਿਲ ਜਾਵੇਗਾ। ਮੈਂ ਮਹਿਸੂਸ ਕੀਤਾ ਕਿ ਭੈਣ ਬਹੁਤ ਖੁਸ਼ ਸੀ। ਉਸ ਦੀ ਮੁਸਕਰਾਹਟ ਦੇਖ ਕੇ ਮੈਨੂੰ ਉਸ ਦੀ ਦੋਸਤ ਦੇ ਬੋਲ ਯਾਦ ਆ ਗਏ। ਮੈਂ ਆਪਣੇ ਆਪ ਨੂੰ ਕਹਿਣ ਲੱਗੀ ਕਿ ਨਹੀਂ, ਮੇਰੀ ਭੈਣ ਅਜਿਹੀ ਨਹੀਂ ਹੈ, ਉਸ ਦਾ ਪਤੀ ਬੁਰਾ ਹੈ, ਇਸ ਲਈ ਉਹਨਾਂ ਨੇ ਉਸ ਵਿਅਕਤੀ ਤੋਂ ਤਲਾਕ ਲੈਣ ਬਾਰੇ ਸੋਚਿਆ। ਮੇਰੀ ਅੰਦਰਲੀ ਜ਼ਮੀਰ ਕੁਝ ਹੋਰ ਹੀ ਕਹਿ ਰਹੀ ਸੀ। ਜਿਸ ਦਿਨ ਮੈਂ ਆਪਣੀ ਮਾਂ ਨਾਲ ਚੈੱਕਅਪ ਲਈ ਡਾਕਟਰ ਕੋਲ ਗਈ, ਡਾਕਟਰ ਨੇ ਰਿਪੋਰਟ ਦੇਖ ਕੇ ਕਿਹਾ ਕਿ ਮੈਂ ਗਰਭਵਤੀ ਨਹੀਂ ਹਾਂ, ਨਾ ਹੀ ਮੇਰੇ ਨਾਲ ਕੁਝ ਗਲਤ ਹੋਇਆ ਹੈ, ਤੂੰ ਠੀਕ ਹੈ। ਡਾਕਟਰ ਦੀ ਗੱਲ ਸੁਣ ਕੇ ਅਸੀਂ ਮਾਂ ਧੀ ਹੈਰਾਨ ਅਤੇ ਪਰੇਸ਼ਾਨ ਹੋ ਗਏ। ਜੇਕਰ ਮੈਂ ਗਰਭਵਤੀ ਨਹੀਂ ਸੀ ਤਾਂ ਉਸ ਡਾਕਟਰ ਨੇ ਕਿਵੇਂ ਦੱਸਿਆ ਕਿ ਮੈਂ ਗਰਭਵਤੀ ਹਾਂ? ਰਸਤੇ ਵਿੱਚ ਆਉਂਦੇ ਸਮੇਂ ਮਾਂ ਨੇ ਮੈਨੂੰ ਪੁੱਛਿਆ ਕਿ ਉਸ ਡਾਕਟਰ ਨੇ ਤੁਹਾਡੇ ਕੋਈ ਟੈਸਟ ਕੀਤੇ ਸਨ? ਮੈਨੂੰ ਯਾਦ ਆਇਆ ਕਿ ਉਸਨੇ ਮੇਰਾ ਕੋਈ ਟੈਸਟ ਨਹੀਂ ਕੀਤਾ ਸੀ। ਉਸਨੇ ਮੈਨੂੰ ਚੈੱਕ ਕੀਤਾ ਅਤੇ ਚੈੱਕ ਕਰਨ ਤੋਂ ਬਾਅਦ ਕਿਹਾ ਕਿ ਮੈਂ ਗਰਭਵਤੀ ਹਾਂ। ਜਦੋਂ ਮੈਂ ਆਪਣੀ ਗਰਭਵਤੀ ਦੀ ਖਬਰ ਸੁਣੀ ਤਾਂ ਮੈਂ ਘਬਰਾ ਗਈ ਸੀ। ਮੈਨੂੰ ਕੀ ਪਤਾ ਸੀ ਟੈਸਟ ਤੋਂ ਬਾਅਦ ਕੀ ਸਭ ਕੁਝ ਪਤਾ ਲੱਗਦਾ ਹੈ। ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਘਰ ਵਿੱਚ ਕਿਸੇ ਨੂੰ ਨਹੀਂ ਪਤਾ ਕਿ ਮੈਂ ਤੈਨੂੰ ਹਸਪਤਾਲ ਲੈ ਕੇ ਆਈ ਹਾਂ, ਇਸ ਲਈ ਤੁਸੀਂ ਕਿਸੇ ਨੂੰ ਇਹ ਨਹੀਂ ਕਹੋਗੇ ਕਿ ਤੁਸੀਂ ਹਸਪਤਾਲ ਆਏ ਸੀ। ਮੈਂ ਕਿਹਾ ਠੀਕ ਹੈ। ਉਸ ਦਿਨ ਕਾਲਜ ਵਿੱਚ ਭੈਣ ਦੀ ਸਹੇਲੀ ਨੇ ਮੇਰਾ ਹੋਸ਼ ਉਡਾ ਦਿੱਤਾ ਸੀ ਤੇ ਹੁਣ ਮੈਂ ਭੈਣ ਦੇ ਚਿਹਰੇ ਤੇ ਖੁਸ਼ੀ ਦੇਖ ਕੇ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕੀ ਹੋ ਰਿਹਾ ਹੈ। ਇੱਕ ਰਾਤ ਮੇਰੇ ਮੋਬਾਈਲ ਤੇ ਮੇਰੇ ਜੀਜਾ ਪ੍ਰਵੀਨ ਦਾ ਕਾਲ ਆਇਆ। ਉਹਨਾਂ ਨੇ ਮੈਨੂੰ ਫੋਨ ਤੇ ਅਜਿਹਾ ਗੱਲ ਕਹਿ ਕੇ ਫਿਰ ਮੈਂ ਆਪਣੀ ਭੈਣ ਤੇ ਨਜ਼ਰ ਰੱਖਣ ਲੱਗੀ। ਮੈਂ ਦੀਦੀ ਨੂੰ ਰਾਤ ਭਰ ਕਿਸੇ ਨਾਲ ਹੱਸਦੇ ਹੱਸਦੇ ਗੱਲਾਂ ਕਰਦੇ ਦੇਖਿਆ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਸ ਨਾਲ ਗੱਲ ਕਰ ਰਹੀ ਹੈ। ਇੱਕ ਰਾਤ ਜਦੋਂ ਮੈਂ ਰਸੋਈ ਵਿੱਚ ਪਾਣੀ ਪੀਣ ਆਈ ਤਾਂ ਮੈਂ ਦੇਖਿਆ ਕਿ ਦੀਦੀ ਰਾਤ ਦੇ 1 ਵਜੇ ਪੌੜੀਆਂ ਚੜ੍ਹ ਰਹੀ ਸੀ। ਮੈਨੂੰ ਉਹਨਾਂ ਦਾ ਇਸ ਸਮੇਂ ਛੱਤ ਤੇ ਜਾਣਾ ਥੋੜਾ ਅਜੀਬ ਲੱਗਾ, ਇਸ ਲਈ ਮੈਂ ਵੀ ਹੌਲੀ-ਹੌਲੀ ਉਹਨਾਂ ਦੇ ਪਿੱਛੇ ਛੱਤ ਤੇ ਪਹੁੰਚ ਗਈ। ਫਿਰ ਜੋ ਕੁਝ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠ ਜ਼ਮੀਨ ਖਿਸਕ ਗਈ। ਮੈਂ ਉਲਟੇ ਕਦਮਾਂ ਨਾਲ ਮੁੜ ਥੱਲੇ ਆ ਗਈ। ਮੈਨੂੰ ਮੇਰੀ ਭੈਣ ਦੇ ਇਸ ਕੰਮ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਸਨੇ ਆਪਣੀ ਖੁਸ਼ੀ ਲਈ ਮੈਨੂੰ ਵੀ ਬਦਨਾਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਸੀ। ਮੈਂ ਜਲਦੀ ਨਾਲ ਆਪਣੀ ਮਾਂ ਅਤੇ ਭਰਾ ਦੋਵਾਂ ਨੂੰ ਜਗਾਇਆ ਅਤੇ ਛੱਤ ਤੇ ਲੈ ਗਈ। ਜਦੋਂ ਅਸੀਂ ਤਿੰਨੋਂ ਛੱਤ ਤੇ ਗਏ ਤਾਂ ਦੀਦੀ ਨੇ ਇੱਕ ਮੁੰਡੇ ਨੂੰ ਜੱਫੀ ਪਾ ਕੇ ਕਹਿ ਰਹੀ ਸੀ ਕਿ ਬਹੁਤ ਜਲਦੀ ਮੇਰਾ ਤਲਾਕ ਹੋ ਜਾਵੇਗਾ, ਮੈਂ ਤੇਰੇ ਨਾਲ ਵਿਆਹ ਕਰਾਂਗੀ। ਮੈਂ ਤੁਹਾਨੂੰ ਦੱਸਿਆ ਕਿ ਉਸ ਮੂਰਖ ਤੋਂ ਛੁਟਕਾਰਾ ਪਾਉਣਾ ਮੇਰੇ ਖੱਬੇ ਹੱਥ ਦੀ ਖੇਡ ਹੈ। ਇਹ ਸਭ ਸੁਣ ਕੇ ਮੇਰੇ ਭਰਾ ਨੂੰ ਗੁੱਸਾ ਆ ਗਿਆ। ਫਿਰ ਉਸਨੇ ਦੀਦੀ ਨੂੰ ਜ਼ੋਰਦਾਰ ਥੱਪੜ ਮਾਰਿਆ ਅਤੇ ਉਸ ਲੜਕੇ ਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ। ਲੜਕੇ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਛੁਡਾਇਆ ਅਤੇ ਭੱਜ ਗਿਆ, ਪਰ ਦੀਦੀ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਉਸ ਦਾ ਅਸਲੀ ਰੂਪ ਸਭ ਦੇ ਸਾਹਮਣੇ ਆ ਗਿਆ ਸੀ। ਉਸ ਦਿਨ ਜੀਜਾ ਜੀ ਨੇ ਮੈਨੂੰ ਫੋਨ ਤੇ ਕਿਹਾ ਕਿ ਰੀਨਾ, ਮੈਂ ਸਹੁੰ ਖਾਂਦਾ ਹਾਂ ਕਿ ਮੈਂ ਤੇਰੇ ਨਾਲ ਕੁਝ ਗਲਤ ਨਹੀਂ ਕੀਤਾ ਹੈ, ਪਰ ਤੁਹਾਡੀ ਭੈਣ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਤੁਹਾਡੇ ਤੋਂ ਕੁਝ ਵੀ ਲੁਕੋਇਆ ਨਹੀਂ ਹੈ। ਤੁਸੀਂ ਦੇਖਿਆ ਹੋਵੇਗਾ ਕਿ ਪਹਿਲੀ ਰਾਤ ਹੀ ਉਹ ਰੋਣ ਲੱਗ ਪਈ ਸੀ। ਉਹ ਨਹੀਂ ਚਾਹੁੰਦੀ ਸੀ ਕਿ ਮੈਂ ਅਤੇ ਉਹ ਇਕੱਠੇ ਰਹੀਏ, ਇਸ ਲਈ ਉਹ ਤੁਹਾਨੂੰ ਰਾਤ ਆਪਣੇ ਨਾਲ ਸੁਆ ਲੈਂਦੀ ਸੀ ਅਤੇ ਉਸ ਦਿਨ ਤੁਹਾਨੂੰ ਗਲਤਫਹਿਮੀ ਹੋ ਗਈ ਸੀ। ਮੈਂ ਉਸ ਦਿਨ ਅੰਜਨਾ ਨੂੰ ਤੁਹਾਨੂੰ ਘਰ ਵਾਪਸ ਭੇਜਣ ਲਈ ਕਹਿ ਰਿਹਾ ਸੀ ਕਿ ਜਿੰਨਾ ਚਿਰ ਰੀਨਾ ਇੱਥੇ ਹੈ ਤੁਸੀਂ ਇਸ ਤਰ੍ਹਾਂ ਦੇ ਕੰਮ ਕਰੋਗੇ ਅਤੇ ਅਸੀਂ ਆਪਣੀ ਜ਼ਿੰਦਗੀ ਸ਼ੁਰੂ ਨਹੀਂ ਕਰ ਸਕਾਂਗੇ। ਇਸ ਤੇ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਰੋਂਦੇ ਹੋਏ ਕਿਹਾ ਕਿ ਰੀਨਾ ਨੂੰ 1 ਮਹੀਨਾ ਮੇਰੇ ਕੋਲ ਰਹਿਣ ਦਿਓ। ਮੈਂ ਸੋਚਿਆ ਕਿ ਉਸ ਨੂੰ ਤੁਹਾਡੇ ਨਾਲ ਬਹੁਤ ਪਿਆਰ ਹੈ, ਇਸ ਲਈ ਅਜਿਹਾ ਕਹਿ ਰਹੀ ਹੈ। ਉਹ ਮੈਨੂੰ ਅਦਾਲਤ ਵਿੱਚ ਦੇਖਣਾ ਚਾਹੁੰਦੀ ਹੈ ਅਤੇ ਮੈਨੂੰ ਸਜ਼ਾ ਦਿਵਾਉਣੀ ਚਾਹੁੰਦੀ ਹੈ। ਤੁਸੀਂ ਸਿਰਫ ਇੱਕ ਵਾਰ ਸੱਚ ਦੱਸੋ ਕਿ ਤੁਸੀਂ ਅਸਲ ਵਿੱਚ ਗਰਭਵਤੀ ਹੋ ਜਾਂ ਨਹੀਂ। ਮੈਨੂੰ ਉਸ ਦਿਨ ਆਪਣੀ ਜੀਜਾ ਜੀ ਦੀਆਂ ਗੱਲਾਂ ਤੇ ਯਕੀਨ ਆ ਗਿਆ ਸੀ, ਪਰ ਮੈਂ ਉਸ ਨੂੰ ਬਿਨਾਂ ਕੁਝ ਦੱਸੇ ਕਾਲ ਕੱਟ ਦਿੱਤੀ। ਹੁਣ ਮੈਂ ਸੱਚ ਜਾਣਨਾ ਚਾਹੁੰਦੀ ਸੀ ਅਤੇ ਅੱਜ ਹਕੀਕਤ ਸਾਡੇ ਸਾਹਮਣੇ ਆ ਗਈ। ਮਾਂ ਨੇ ਦੀਦੀ ਨੂੰ ਬਹੁਤ ਬੁਰਾ ਭਲਾ ਕਿਹਾ ਤੇ ਜਿਸ ਮੁੰਡੇ ਨਾਲ ਦੀਦੀ ਦਾ ਅਫੇਅਰ ਸੀ, ਭਰਾ ਨੇ ਦੱਸਿਆ ਕਿ ਉਹ ਬਹੁਤ ਅਵਾਰਾ ਮੁੰਡਾ ਹੈ। ਅਗਲੇ ਦਿਨ ਸੁਣਵਾਈ ਹੋਈ ਅਤੇ ਮੈਂ ਅਦਾਲਤ ਵਿੱਚ ਜਾ ਕੇ
ਸਾਰੀ ਸੱਚਾਈ ਦੱਸ ਦਿੱਤੀ। ਜੀਜਾ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਉਸਨੇ ਖੁਦ ਦੀਦੀ ਨੂੰ ਤਲਾਕ ਦੇ ਦਿੱਤਾ। ਕੁਝ ਦਿਨਾਂ ਬਾਅਦ ਮੇਰੇ ਪਰਿਵਾਰਕ ਮੈਂਬਰਾਂ ਨੇ ਭੈਣ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ ਅਤੇ ਕਿਹਾ ਕਿ ਤੈਨੂੰ ਕੁਝ ਵੀ ਹੋ ਜਾਵੇ ਇਸ ਦੇ ਲਈ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ ਅਤੇ ਇਸ ਘਰ ਦੇ ਦਰਵਾਜ਼ੇ ਹੁਣ ਤੁਹਾਡੇ ਲਈ ਹਮੇਸ਼ਾ ਲਈ ਬੰਦ ਹਨ। ਕੁਝ ਦਿਨਾਂ ਬਾਅਦ ਉਸ ਮੁੰਡੇ ਨੇ ਦੀਦੀ ਨੂੰ ਛੱਡ ਦਿੱਤਾ ਅਤੇ ਦੀਦੀ ਸਾਡੇ ਕੋਲ ਵਾਪਸ ਆ ਗਈ। ਭਰਾ ਉਸ ਨੂੰ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਸਨ ਅਤੇ ਮਾਂ ਦੇ ਕਹਿਣ ਤੇ ਉਹ ਮੰਨ ਗਏ। ਹੁਣ ਦੀਦੀ ਸਾਡੇ ਨਾਲ ਰਹਿੰਦੀ ਹੈ ਅਤੇ ਉਸ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੈ। ਦੋਸਤੋ, ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ। ਧੰਨਵਾਦ।